ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਸ਼ੋਅ ਬਹੁਤ ਖਾਸ ਹੈ ਉਹ ਸਾਰੇ ਸਟੂਡੈਂਟਸ ਵਾਸਤੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਪਰ ਹਜੇ ਤੱਕ ਫਾਈਲ ਨਹੀਂ ਲਗਾਈ ਤੇ ਸੈਪਟੈਂਬਰ ਇਨਟੇਕ 'ਚ ਜਾਣਾ ਚਾਹੁੰਦੇ ਨੇ, ਕਿਉਂਕਿ ਅੱਜ ਦੇ ਸ਼ੋਅ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਉਹ ਸਾਰੇ ਐਸਪੈਕਟ ਜਿਹੜੇ ਕਿ ਰਿਕੁਆਇਰਡ ਨੇ ਸੈਪਟੈਂਬਰ ਇਨਟੇਕ ਵਾਸਤੇ। ਕੀ ਪੋਸੀਬਲ ਹੈ ਹਜੇ ਵੀ ਸੈਪਟੈਂਬਰ ਇਨਟੇਕ? ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਲ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰਾ ਸਤਿ ਸ਼੍ਰੀ ਅਕਾਲ। ਅਮਰਜੀਤ ਜੀ, ਬੜਾ ਲੰਬਾ ਚੌੜਾ ਪ੍ਰੋਸੈਸ ਹੁੰਦਾ ਹੈ। ਕੋਵਿਡ ਦੇ ਦੌਰਾਨ ਫਾਰਮੈਲਿਟੀਆਂ ਕਿਤੇ ਨਾ ਕਿਤੇ ਵਧ ਹੀ ਗਈਆਂ। ਸੋ ਸੈਪਟੈਂਬਰ ਵਾਲੇ ਸਟੂਡੈਂਟਸ ਕੀ ਹੁਣ ਜਨਵਰੀ ਵਾਲੀ ਦੇਖਣ ਜਾਂ ਟਰਾਈ ਕੀਤਾ ਜਾ ਸਕਦਾ ਹੈ? ਨਹੀਂ, ਦੇਖੋ, ਜਿਹੜੇ ਬੱਚੇ ਤਾਂ ਆਲਰੇਡੀ ਫਾਈਲ 'ਚ ਡਿਪੋਜ਼ਿਟ ਕਰ ਚੁੱਕੇ ਆ, ਲਗਾ ਚੁੱਕੇ ਆ ਔਰ ਜਿਨ੍ਹਾਂ ਦੇ ਹੁਣ ਮੈਡੀਕਲਸ ਰਿਕੁਐਸਟ ਜਾ ਚੁੱਕੀਆਂ ਨੇ, ਬੁੱਕ ਕਰ ਚੁੱਕੇ ਨੇ, ਉਹਨਾਂ ਦਾ ਮੋਸਟ ਲਾਈਕਲੀ ਸੈਪਟੈਂਬਰ ਪੋਸੀਬਲ ਹੈ। ਕੋਈ ਮੁਸ਼ਕਲ ਨਹੀਂ ਹੈ। ਉਹਨਾਂ ਨੂੰ ਰਿਜ਼ਲਟ ਵੀ ਆ ਜਾਣਗੇ 6 ਅਗਸਤ ਤੱਕ, ਨਾ ਹੋਣਗੇ 26 ਅਗਸਤ ਤੱਕ ਆ ਜਾਣਗੇ, ਮਤਲਬ 10-20 ਦਿਨ ਦਾ ਉੱਪਰ ਥੱਲੇ ਹੋ ਜਾਊਗਾ, ਪਰ ਤਕਰੀਬਨ ਰਿਜ਼ਲਟ ਆ ਜਾਣਗੇ ਔਰ ਤਕਰੀਬਨ ਬੱਚਾ ਅਪਲਾਈ ਕਰ ਸਕੂਗਾ। ਸਟੈਂਪਿੰਗ ਨੂੰ ਲੈ ਕੇ ਡਿਪੈਂਡ ਹੈ, ਸਟੈਂਪਿੰਗ ਕਦੋਂ ਸ਼ੁਰੂ ਹੁੰਦੀ ਹੈ, ਰਿਜ਼ਲਟ ਕਦੋਂ ਆਉਂਦਾ ਹੈ। ਸੋ ਸਟੈਂਪਿੰਗ ਉਹਦੇ ਹਿਸਾਬ ਨਾਲ ਰਹਿ ਸਕਦੀ ਹੈ। ਵੱਧ ਤੋਂ ਵੱਧ ਅਕਤੂਬਰ ਤੱਕ ਆਈ ਥਿੰਕ ਸਟੈਂਪਿੰਗ ਚੱਲਦੀ ਰਹੂਗੀ ਸਤੰਬਰ ਇਨਟੇਕ ਵਾਲਿਆਂ ਦੀ। ਹੁਣ ਜਿਹੜੇ ਨਵੇਂ ਬੱਚੇ ਨੇ, ਜਿਹੜੇ ਹਜੇ ਅੱਜ ਫਾਈਲ ਪ੍ਰੋਸੈਸ ਸ਼ੁਰੂ ਕਰ ਰਹੇ ਨੇ ਜਾਂ ਜਿਹੜੇ ਆਉਣ ਵਾਲੇ ਦਿਨਾਂ 'ਚ ਫਾਈਲ ਦਾ ਪ੍ਰੋਸੈਸ ਸ਼ੁਰੂ ਕਰਨਗੇ ਜਾਂ ਜਿਨ੍ਹਾਂ ਨੇ ਹਜੇ ਸਿਰਫ ਆਫਰ ਲੈਟਰਾਂ ਮੰਗਾਈਆਂ ਨੇ, ਹਜੇ ਬਹੁਤ ਇਨੀਸ਼ੀਅਲ ਸਟੇਜ ਤੇ ਨੇ, ਇਹਨਾਂ ਸਾਰੇ ਬੱਚਿਆਂ ਲਈ ਸੈਪਟੈਂਬਰ ਇਨਟੇਕ ਫੜਨਾ ਮੁਸ਼ਕਲ ਹੈ ਪ੍ਰੈਕਟੀਕਲੀ। ਕਿਉਂਕਿ ਅਗਰ ਇਹ ਹੁਣ ਆਪਣੀ ਫਾਈਲਸ ਨੂੰ ਰੈਡੀ ਕਰਨਗੇ ਤਾਂ ਪਹਿਲਾਂ ਤਾਂ ਰੈਡੀ ਹੁੰਦੇ ਲੌਂਚ ਹੁੰਦੇ 15-20 ਦਿਨ ਲੱਗਣਗੇ। ਉਸ ਤੋਂ ਬਾਅਦ ਫਿਰ ਇਹਨਾਂ ਦੀ ਬਾਇਓਮੈਟ੍ਰਿਕਸ ਆਊਗੀ, ਫਿਰ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਜਿਹੜੀ ਉਹ ਅਗਸਤ ਤੋਂ ਪਹਿਲਾਂ ਦੀ ਨਹੀਂ ਮਿਲਣੀ। ਸੋ ਕਿਤੇ ਨਾ ਕਿਤੇ ਸਤੰਬਰ ਡਾਈਸੀ ਰਹੂਗਾ। ਸੋ 15 ਦਿਨ ਬਾਅਦ 20 ਦਿਨ ਬਾਅਦ ਤਾਂ ਡੈਫੀਨੇਟਲੀ ਹੋਰ ਵੀ ਡਾਈਸੀ ਹੋ ਜਾਣਾ, ਕਿਉਂਕਿ ਅਪਾਇੰਟਮੈਂਟ ਬਹੁਤ ਅੱਗੇ ਚੱਲ ਜਾਣਗੀਆਂ। ਸੋ ਹੁਣ ਜਿਹੜੇ ਬੱਚੇ ਫਾਈਲਸ ਲੌਂਚ ਕਰ ਰਹੇ ਆ, ਜਿਨ੍ਹਾਂ ਨੇ ਲੌਂਚ ਕਰਨੀ ਹੈ, ਉਹਨਾਂ ਨੂੰ ਮੇਰੀ ਰਿਕੁਐਸਟ ਹੈ ਕਿ ਉਹ ਜਨਵਰੀ ਇਨਟੇਕ ਲਈ ਕਰ ਲੈਣ। ਉਹ ਜ਼ਿਆਦਾ ਸੇਫ ਹੈ, ਕਿਉਂਕਿ ਜਨਵਰੀ ਇਨਟੇਕ ਮੋਸਟ ਲਾਈਕਲੀ ਜਿਸ ਹਿਸਾਬ ਨਾਲ ਚੀਜ਼ਾਂ ਖੁੱਲ੍ਹ ਰਹੀਆਂ ਨੇ, ਫਲਾਈਟਸ ਵੀ ਹੋਣਗੀਆਂ ਉਦੋਂ ਤੱਕ ਚੱਲਦੀਆਂ, ਸਟੈਂਪਿੰਗ ਵੀ ਉਹਨਾਂ ਦੀ ਐਡਵਾਂਸ ਹੋ ਜੂਗੀ ਕਿਉਂਕਿ ਡਿਸੀਜਨ ਟਾਈਮ ਨਾਲ ਆਗੇ ਹੋਣਗੇ। ਬਾਇਓਮੈਟ੍ਰਿਕ ਮੈਡੀਕਲ ਦਾ ਹੋਰ ਮੈਡੀਕਲ ਵੀ ਇਸ ਹਫ਼ਤੇ ਚੱਲ ਕਿਤੇ ਨਾ ਕਿਤੇ ਅਨਾਉਂਸਮੈਂਟ। ਤੁਹਾਡੇ ਕਹਿਣ ਦਾ ਮਤਲਬ ਜਿਨ੍ਹਾਂ ਨੇ ਫਾਈਲ ਹਜੇ ਇਨੀਸ਼ੀਏਟ ਨਹੀਂ ਕੀਤੀ ਉਹਨਾਂ ਨੂੰ ਨਹੀਂ ਟਰਾਈ ਕਰਨਾ ਚਾਹੀਦਾ? ਨਹੀਂ, ਉਹਨਾਂ ਨੂੰ ਹੁਣ ਸਿੱਧਾ ਜਨਵਰੀ ਇਨੀਸ਼ੀਏਟ ਕਰਨਾ ਚਾਹੀਦਾ। ਅਗਰ ਤੁਸੀਂ ਕਰ ਵੀ ਰਹੇ ਹੋ ਸਤੰਬਰ ਲਈ ਤਾਂ ਮੇਕ ਸ਼ੋਰ ਕਰ ਲਓ ਕਿ ਤੁਹਾਡੇ ਕੋਰਸ ਦਾ ਐਕਸਟੈਂਸ਼ਨ ਜ਼ਰੂਰ ਅਵੇਲੇਬਲ ਹੋਵੇ ਜਨਵਰੀ ਦੇ ਵਿੱਚ, ਕਿਉਂਕਿ ਜੇ ਕੋਰਸ ਦਾ ਐਕਸਟੈਂਸ਼ਨ ਅਵੇਲੇਬਲ ਨਾ ਹੋਇਆ ਫਿਰ ਜਾਂ ਤਾਂ ਤੁਹਾਨੂੰ ਆਨਲਾਈਨ ਕਲਾਸਾਂ ਦੇ ਸਿਨਾਰੀਓ 'ਚ ਪੈਣਾ ਪਊਗਾ ਔਰ ਜਾਂ ਫਿਰ ਤੁਹਾਨੂੰ ਅਗਲੇ ਸਤੰਬਰ ਤੱਕ ਦਾ ਇੰਤਜ਼ਾਰ ਕਰਨਾ ਪੈ ਸਕਦਾ। ਡਿਪੈਂਡ ਆ ਕੋਰਸ ਡਿਫਰ ਕਰਕੇ ਕਦੋਂ ਨੈਕਸਟ ਟਾਈਮ ਅਵੇਲੇਬਲ ਹੈ। ਸੋ ਇਸ ਚੀਜ਼ ਦਾ ਟੈਕਨੀਕਲੀ ਜਿਹੜਾ ਧਿਆਨ ਹੈ ਉਹ ਰੱਖਣ ਦੀ ਲੋੜ ਹੈ। ਔਰ ਜਿਹੜੀਆਂ ਫਾਈਲਸ ਤੁਸੀਂ ਲਾ ਵੀ ਰਹੇ ਹੋ ਉਹਦੇ ਪਿੱਛੇ ਆਪਣਾ ਜਨਵਰੀ ਦਾ LOA ਕਾਲਜ ਤੋਂ ਜ਼ਰੂਰ ਸਿਕਿਉਰ ਕਰਕੇ ਰੱਖ ਲਓ, ਕਿਉਂਕਿ ਹੁਣ ਜਿੱਦਾਂ ਰਿਜ਼ਲਟ ਆ ਗਏ, ਪੰਜਾਬ ਬੋਰਡ ਨੇ ਵੀ ਡਿਕਲੇਅਰ ਕਰਤਾ ਕਿ ਹੁਣ ਉਹ ਪ੍ਰਮੋਟ ਕਰਨਗੇ। CBSE ਨੇ ਆਲਰੇਡੀ ਕਰਤਾ ਸੀ। ਸੋ ਕਿਤੇ ਆਇਲਸ ਦੇ ਐਗਜ਼ਾਮ ਸ਼ੁਰੂ ਹੋ ਗਏ। ਇੱਕ ਹੋਰ ਸਵਾਲ ਮੇਰੇ ਦਿਮਾਗ 'ਚ ਹੈ, ਪ੍ਰਮੋਟਡ ਸਟੂਡੈਂਟਸ ਨੂੰ ਕੋਈ ਦਿੱਕਤ ਤਾਂ ਨਹੀਂ ਆਏਗੀ ਚਾਹੇ ਜਨਵਰੀ ਲਈ ਅਪਲਾਈ ਕਰਨ? ਉਹ ਤਾਂ ਜੋ ਗਵਰਨਮੈਂਟ ਆਪਣਾ ਬੋਰਡਸ ਐਗਜ਼ਾਮ ਦੇਣਗੀਆਂ ਉਹ ਐਗਜ਼ਾਮ ਅਸੈਪਟੇਬਲ ਹੋਊਗਾ, ਰਿਜ਼ਲਟ ਅਸੈਪਟੇਬਲ ਹੋਊਗਾ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਹੋਣੀ। ਬਟ ਇਹਦੇ ਨਾਲ ਆਇਆ ਕਿ ਉਹ ਜਨਵਰੀ ਦੇ ਉੱਤੇ ਰਸ਼ ਹੁਣ ਕ੍ਰੀਏਟ ਹੋਣਾ। ਸੋ ਜੇ ਤੁਹਾਨੂੰ ਡੈਫਰਮੈਂਟਸ ਦੇ ਲੋੜ ਹੈ ਤੇ ਉਹ ਡੈਫਰਮੈਂਟਸ ਟਾਈਮ ਨਾਲ ਸਿਕਿਉਰ ਕਰ ਲਓ। ਆਹ ਨਾ ਹੋਵੇ ਕਿ ਬਾਅਦ 'ਚ ਤੁਹਾਨੂੰ ਕਾਲਜ ਡੈਫਰਮੈਂਟ ਤੋਂ ਮਨਾ ਕਰ ਦੇ ਕਿ ਸਾਡੇ ਕੋਲ ਸੀਟ ਅਵੇਲੇਬਿਲਿਟੀ ਨਹੀਂ ਗੀ। ਸੋ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਣਾ ਪਊਗਾ ਔਰ ਜਨਵਰੀ ਨੂੰ ਜ਼ਿਆਦਾ ਫੋਕਸ ਲੈ ਕੇ ਚੱਲੋਗੇ ਤਾਂ ਚੀਜ਼ਾਂ ਟਾਈਮ ਸਿਰ ਹੋਣਗੀਆਂ। ਸੋ ਦੋਸਤੋ, ਜਨਵਰੀ ਇਨਟੇਕ ਜਿਵੇਂ ਕਿ ਅਮਰਜੀਤ ਜੀ ਨੇ ਤੁਹਾਨੂੰ ਸਲਾਹ ਦਿੱਤੀ ਹੈ ਕਿ ਉਹਦੇ ਵਾਸਤੇ ਤਿਆਰੀ ਸ਼ੁਰੂ ਕਰ ਦਿਓ, ਆਪਣਾ ਪ੍ਰੋਸੈਸ ਸ਼ੁਰੂ ਕਰ ਦਿਓ, ਕਿਉਂਕਿ ਜਨਵਰੀ ਜਿਹੜਾ ਇਨਟੇਕ ਹੈ ਉਹ ਵੀ ਕਿਤੇ ਨਾ ਕਿਤੇ ਇਸ ਵਾਰ ਕੰਪੀਟੀਟਿਵ ਰਹੇਗਾ। ਵੀਡੀਓਜ਼ ਦੇਖਦੇ ਰਹੋ, ਲੇਟੈਸਟ ਅਪਡੇਟਸ ਤੁਹਾਡੇ ਤੱਕ ਪਹੁੰਚਦੇ ਰਹਿਣ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।